ਸਤਿ ਸ਼੍ਰੀ ਅਕਾਲ ਜੀ। ਮੇਰੀ ਮਾਂ ਦੀ ਕਮਰ ਬਹੁਤ ਦਰਦ ਹੁੰਦੀ ਸੀ। ਮੇਰੀ ਪਤਨੀ ਮੇਰੀ ਮਾਂ ਦੀ ਕੋਈ ਖਿਦਮਤ ਨਾ ਕਰਦੀ। ਮੈਂ ਆਪਣੀ ਪਤਨੀ ਨੂੰ ਘਰੋਂ ਕੱਢ ਦਿੱਤਾ ਤੇ ਦੂਸਰਾ ਵਿਆਹ ਕਰ ਲਿਆ। ਮੇਰੀ ਦੂਸਰੀ ਪਤਨੀ ਮੇਰੀ ਮਾਂ ਦਾ ਬਹੁਤ ਖਿਆਲ ਰੱਖਦੀ। ਮੇਰੀ ਮਾਂ ਦੀ ਸਿਹਤ ਬਹੁਤ ਚੰਗੀ ਹੋ ਗਈ, ਪਰ ਮੇਰੀ ਮਾਂ ਹਰ ਸਮੇਂ ਰੋਂਦੀ ਰਹਿੰਦੀ, ਮੈਨੂੰ ਕੁਝ ਨਾ ਦੱਸਦੀ। ਇੱਕ ਦਿਨ ਮੈਂ ਆਪਣੀ ਦੂਸਰੀ ਪਤਨੀ ਨੂੰ ਆਪਣੀ ਮਾਂ ਦੀ ਕਮਰ ਦੀ ਮਾਲਿਸ਼ ਕਰਦੇ ਵੇਖਿਆ ਤਾਂ ਮੇਰੀ ਰੂਹ ਕੰਬ ਗਈ, ਕਿਉਂਕਿ ਉਹ ਤਾਂ ਮੇਰੀ ਮਾਂ ਦੇ ਮੈਂ ਆਪਣੇ ਮਾਂ-ਬਾਪ ਦਾ ਇਕਲੌਤਾ ਬੇਟਾ ਸੀ, ਜਿਸ ਨੂੰ ਬਹੁਤ ਮੁਸ਼ਕਲਾਂ ਤੇ ਮੁਸੀਬਤਾਂ ਦੇ ਨਾਲ ਪਾਲਿਆ ਗਿਆ ਸੀ। ਮਾਂ ਪਿਤਾ ਜੀ ਨੇ ਮੇਰੇ ਵਾਸਤੇ ਦਿਨ ਰਾਤ ਮਿਹਨਤ ਕੀਤੀ ਸੀ, ਮੈਨੂੰ ਇਸ ਕਾਬਿਲ ਬਣਾਇਆ ਸੀ ਕਿ ਮੈਂ ਹੁਣ ਆਪਣੇ ਮਾਂ-ਬਾਪ ਨੂੰ ਸੰਭਾਲ ਸਕਾਂ। ਇੱਕ ਦਿਨ ਪਿਤਾ ਜੀ ਪਿੰਡ ਆਪਣੇ ਦੋਸਤ ਨੂੰ ਮਿਲਣ ਗਏ। ਉਹ ਬਹੁਤ ਬਿਮਾਰ ਸੀ। ਪਿਤਾ ਜੀ ਦੇ ਦੋਸਤ ਦੀ ਮੌਤ ਹੋ ਗਈ ਤੇ ਫਿਰ ਜਦੋਂ ਪਿਤਾ ਜੀ ਵਾਪਸ ਆਏ ਤਾਂ ਉਹਨਾਂ ਦੇ ਨਾਲ ਇੱਕ ਜਵਾਨ ਤੇ ਮੇਰੀ ਹਮ ਉਮਰ ਲੜਕੀ ਸੀ। ਪਿਤਾ ਜੀ ਨੇ ਕਿਹਾ, ਇਹ ਉਹਨਾਂ ਦੇ ਦੋਸਤ ਦੀ ਬੇਟੀ ਹੈ ਤੇ ਉਹ ਉਸ ਦਾ ਵਿਆਹ ਮੇਰੇ ਨਾਲ ਕਰਨਗੇ। ਮੈਂ ਪਿਤਾ ਜੀ ਨਾਲ ਨਾਰਾਜ਼ ਹੋ ਗਿਆ, ਪਰ ਮੈਂ ਆਪਣੇ ਪਿਤਾ ਜੀ ਨਾਲ ਪਿਆਰ ਵੀ ਬਹੁਤ ਕਰਦਾ ਸੀ। ਪਿਤਾ ਜੀ ਨੇ ਮੈਨੂੰ ਮਜਬੂਰ ਕਰਕੇ ਮੇਰਾ ਵਿਆਹ ਰਵਿੰਦਰ ਨਾਲ ਕਰ ਦਿੱਤਾ, ਜਿਸ ਦੇ ਬਾਰੇ ਮੈਂ ਕੁਝ ਵੀ ਨਹੀਂ ਜਾਣਦਾ ਸੀ, ਜੋ ਹਰ ਸਮੇਂ ਡਰੀ ਸਹਿਮੀ ਰਹਿੰਦੀ ਤੇ ਮੈਨੂੰ ਉਹਦੇ ਉੱਪਰ ਬਹੁਤ ਗੁੱਸਾ ਹੁੰਦਾ। ਮੇਰੀ ਮਾਂ ਨੂੰ ਵੀ ਉਹ ਬਿਲਕੁਲ ਵੀ ਪਸੰਦ ਨਹੀਂ ਸੀ। ਮਾਂ ਕਹਿੰਦੀ ਸੀ ਕਿ ਤੇਰੇ ਬਾਪ ਨੇ ਤੇਰਾ ਬਿਲਕੁਲ ਵੀ ਨਹੀਂ ਸੋਚਿਆ, ਉਲਟਾ ਆਪਣੇ ਦੋਸਤ ਦੇ ਵਾਅਦੇ ਨੂੰ ਨਿਭਾਇਆ ਆ ਤੇ ਇਸ ਕੰਮ ਚੋਰ ਲੜਕੀ ਨੂੰ ਤੇਰੇ ਪੱਲੇ ਪਾ ਦਿੱਤਾ। ਉਹਨਾਂ ਦਿਨਾਂ ਵਿੱਚ ਹੀ ਮੇਰੇ ਪਿਤਾ ਜੀ ਬਹੁਤ ਬਿਮਾਰ ਹੋ ਗਏ ਤੇ ਉਹਨਾਂ ਦੀ ਮੌਤ ਹੋ ਗਈ। ਪਿਤਾ ਜੀ ਦੀ ਮੌਤ ਤੋਂ ਬਾਅਦ ਮੈਂ ਦੂਸਰਾ ਵਿਆਹ ਕਰ ਲਿਆ, ਕਿਉਂਕਿ ਮੇਰੀ ਪਹਿਲੀ ਪਤਨੀ ਨੂੰ ਜੋ ਮੈਂ ਸਮਝਦਾ ਸੀ ਉਹ ਨਾ ਨਿਕਲੀ। ਮੈਨੂੰ ਉਹਦੇ ਨਾਲ ਹੁਣ ਨਫ਼ਰਤ ਹੋਣ ਲੱਗ ਪਈ ਸੀ। ਮੈਂ ਪਿਤਾ ਜੀ ਦੇ ਜਾਣ ਤੋਂ ਬਾਅਦ ਉਹਦਾ ਖਿਆਲ ਰੱਖਣ ਲੱਗ ਪਿਆ ਸੀ, ਪਰ ਉਹ ਕਿਸੇ ਲੜਕੇ ਦੇ ਨਾਲ ਘਰੋਂ ਭੱਜ ਗਈ ਸੀ। ਇਹ ਮੈਨੂੰ ਲੱਗਦਾ ਸੀ, ਪਰ ਵਕਤ ਆਉਣ 'ਤੇ ਜੋ ਹਕੀਕਤ ਮੈਨੂੰ ਪਤਾ ਲੱਗੀ, ਉਹ ਜਾਣ ਕੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ। ਮੇਰੀ ਦੂਸਰੀ ਪਤਨੀ ਬਹੁਤ ਖੂਬਸੂਰਤ ਸੀ। ਸਾਡਾ ਮਾਂ ਬੇਟੇ ਦਾ ਬਹੁਤ ਖਿਆਲ ਰੱਖਦੀ ਸੀ, ਪਰ ਮੇਰੀ ਮਾਂ ਕਹਿੰਦੀ ਕਿ ਤੇਰੀ ਦੂਸਰੀ ਪਤਨੀ ਵੀ ਚੰਗੀ ਕੁੜੀ ਨਹੀਂ ਆ, ਪਰ ਮੈਂ ਉਦੋਂ ਯਕੀਨ ਨਹੀਂ ਕਰਦਾ ਸੀ। ਆਪਣੀ ਦੂਸਰੀ ਪਤਨੀ ਨੂੰ ਆਪਣੀ ਮਾਂ ਦੇ ਨਾਲ ਜ਼ੁਲਮ ਕਰਦੇ ਵੇਖਿਆ ਤਾਂ ਮੇਰੇ ਕੋਲੋਂ ਬਰਦਾਸ਼ਤ ਨਾ ਹੋਇਆ, ਤਾਂ ਮੈਂ ਉਸੇ ਸਮੇਂ ਉਸ ਨੂੰ ਤਲਾਕ ਦੇ ਦਿੱਤਾ। ਮੇਰੀ ਦੂਸਰੀ ਪਤਨੀ ਕਹਿਣ ਲੱਗੀ, ਮੈਨੂੰ ਤਾਂ ਛੱਡ ਹੀ ਦਿੱਤਾ, ਹੁਣ ਆਪਣੀ ਚਾਲਬਾਜ਼ ਮਾਂ ਨੂੰ ਵੀ ਛੱਡ ਦੇ, ਤੇਰੀ ਗੁਨੇਗਾਰ ਹੈ। ਮੈਂ ਕਿਹਾ, ਇੱਕ ਮਾਂ ਕਦੀ ਔਲਾਦ ਦੀ ਗੁਨੇਗਾਰ ਨਹੀਂ ਹੋ ਸਕਦੀ। ਪਰ ਮੇਰੀ ਦੂਸਰੀ ਪਤਨੀ ਕਹਿਣ ਲੱਗੀ, ਤੇਰੀ ਮਾਂ ਤੇਰੇ ਸਾਹਮਣੇ ਚੰਗੀ ਬਣਦਾ ਨਾਟਕ ਕਰਦੀ ਆ। ਤੇਰੀ ਪਹਿਲੀ ਪਤਨੀ ਬਹੁਤ ਹੀ ਮਾਸੂਮ ਤੇ ਪਾਕ ਦਾਮਨ ਸੀ, ਪਰ ਤੇਰੀ ਮਾਂ ਨੂੰ ਉਹ ਪਸੰਦ ਨਹੀਂ ਸੀ। ਉਸਨੇ ਤੇਰੀ ਮਾਂ ਦੀ ਬਹੁਤ ਖਿਦਮਤ ਕੀਤੀ ਸੀ, ਪਰ ਉਹਦੇ ਉੱਪਰ ਤੇਰੀ ਮਾਂ ਦੇ ਜ਼ੁਲਮ ਵੱਧਦੇ ਚਲੇ ਗਏ। ਤੇਰੀ ਮਾਂ ਚਾਹੁੰਦੀ ਸੀ ਕਿ ਤੇਰੀ ਪਤਨੀ ਲੱਖਾਂ ਦਾ ਦਾਜ ਲਿਆਵੇ, ਪਰ ਉਹ ਲੜਕੀ ਤਾਂ ਗਰੀਬ ਸੀ। ਸਿਵਾਏ ਮੁਹੱਬਤ ਤੇ ਵਫਾ ਤੋਂ ਉਹ ਆਪਣੇ ਨਾਲ ਕੁਝ ਵੀ ਨਾ ਲਿਆ ਸਕੀ ਸੀ। ਤੇ ਫਿਰ ਜਦੋਂ ਉਹ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਸੀ ਤਾਂ ਉਦੋਂ ਤੇਰੀ ਮਾਂ ਨੇ ਇੱਕ ਲੜਕੇ ਨੂੰ ਪੈਸੇ ਦੇ ਕੇ ਉਸ ਦੇ ਉੱਪਰ ਬਦਕਿਰਦਾਰੀ ਦਾ ਇਲਜ਼ਾਮ ਲਗਾ ਦਿੱਤਾ। ਤੇਰੀ ਪਹਿਲੀ ਪਤਨੀ ਕਹਿੰਦੀ ਰਹਿ ਗਈ ਕਿ ਉਹ ਗਲਤ ਨਹੀਂ ਆ, ਪਰ ਤੂੰ ਕਦੀ ਵੀ ਉਸ ਦਾ ਯਕੀਨ ਨਾ ਕੀਤਾ ਤੇ ਉਸ ਨੂੰ ਧੱਕੇ ਦੇ ਕੇ ਘਰੋਂ ਕੱਢ ਦਿੱਤਾ। ਤੇਰਾ ਬੱਚਾ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਮਰ ਗਿਆ। ਉਸ ਵਿਚਾਰੇ ਦਾ ਆਖਿਰ ਕੀ ਕਸੂਰ ਸੀ? ਤੇਰੀ ਪਤਨੀ ਬੇਕਸੂਰ ਸੀ, ਜਿਸ ਨੇ ਆਪਣੇ ਪਤੀ ਦੀ ਖਾਤਰ ਆਪਣੀ ਸੱਸ ਦਾ ਹਰ ਜ਼ੁਲਮ ਸਵੀਕਾਰ ਕੀਤਾ ਸੀ। ਉਸਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਘਰ ਦੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਸਕੇ, ਪਰ ਹਰ ਵਾਰੀ ਉਸ ਨੂੰ ਜਲੀਲ ਕਰ ਦਿੱਤਾ ਜਾਂਦਾ, ਹਰ ਵਾਰ ਉਸ ਨੂੰ ਠੁਕਰਾ ਦਿੱਤਾ ਜਾਂਦਾ। ਉਹ ਯਤੀਮ ਲੜਕੀ, ਜਿਸ ਦੇ ਅੱਗੇ ਪਿੱਛੇ ਕੋਈ ਵੀ ਨਹੀਂ ਸੀ, ਉਹ ਤੁਹਾਡੇ ਰਹਿਮੋ ਕਰਮ 'ਤੇ ਸੀ। ਉਹ ਤੇਰੀ ਮਾਂ ਦੇ ਪੈਰ ਫੜਦੀ ਰਹੀ, ਪਰ ਤੇਰੀ ਮਾਂ ਖੁਦ ਇੱਕ ਔਰਤ ਹੋ ਕੇ ਦੂਸਰੀ ਔਰਤ 'ਤੇ ਜ਼ੁਲਮ ਕਰਦੀ ਰਹੀ ਤੇ ਉਸ ਨੂੰ ਹਮੇਸ਼ਾ ਦੇ ਲਈ ਤੇਰੀ ਜ਼ਿੰਦਗੀ ਵਿੱਚੋਂ ਕੱਢ ਦਿੱਤਾ। ਤੇ ਫਿਰ ਸਾਡਾ ਵਿਆਹ ਹੋ ਗਿਆ, ਪਰ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਮੈਨੂੰ ਇਹ ਪਤਾ ਲੱਗਾ ਕਿ ਤੇਰੀ ਮਾਂ ਤਾਂ ਮੈਨੂੰ ਨੀਂਦ ਦੀ ਦਵਾਈ ਦਿੰਦੀ ਆ। ਉਹਨਾਂ ਨੂੰ ਡਰ ਹੈ ਕਿ ਕਿਤੇ ਉਹਨਾਂ ਦਾ ਇਕਲੌਤਾ ਬੇਟਾ ਉਹਨਾਂ ਕੋਲੋਂ ਦੂਰ ਨਾ ਹੋ ਜਾਵੇ, ਕਿਉਂਕਿ ਜੇ ਔਲਾਦ ਪੈਦਾ ਹੋ ਗਈ
ਤਾਂ ਤੁਸੀਂ ਆਪਣੀ ਮਾਂ ਕੋਲੋਂ ਦੂਰ ਹੋ ਜਾਓਗੇ। ਮੈਂ ਬਹੁਤ ਵਾਰ ਕਿਹਾ ਮਾਂ ਜੀ ਕਿ ਉਹ ਤੁਹਾਡਾ ਬੇਟਾ ਹੈ, ਤੁਹਾਡਾ ਹੀ ਰਹੇਗਾ, ਪਰ ਇੱਕ ਪਤਨੀ ਦਾ ਵੀ ਤਾਂ ਆਪਣੇ ਪਤੀ ਦੇ ਉੱਪਰ ਕੋਈ ਹੱਕ ਹੁੰਦਾ ਹੈ। ਪਹਿਲਾਂ ਵੀ ਤੁਸੀਂ ਆਪਣੇ ਬੇਟੇ ਦਾ ਘਰ ਖਰਾਬ ਕਰ ਚੁੱਕੇ ਹੋ, ਹੁਣ ਦੁਬਾਰਾ ਨਾ ਕਰੋ। ਪਰ ਤੇਰੀ ਮਾਂ ਨਾ ਮੰਨੀ, ਉਲਟਾ ਮੇਰੇ ਨਾਲ ਵੀ ਉਹ ਸਭ ਕਰਨ ਲੱਗ ਪਈ ਜੋ ਤੁਹਾਡੀ ਪਹਿਲੀ ਪਤਨੀ ਦੇ ਨਾਲ ਕਰਦੀ ਸੀ। ਪਰ ਮੈਂ ਰਵਿੰਦਰ ਨਹੀਂ ਸੀ ਜੋ ਆਪਣੀ ਸੱਸ ਦੇ ਸਾਰੇ ਜ਼ੁਲਮ ਸਹਿੰਦੀ ਰਹਿੰਦੀ। ਤੇ ਉਸ ਦਿਨ ਤਾਂ ਜ਼ੁਲਮ ਦੀ ਹੱਦ ਹੋ ਗਈ ਜਦੋਂ ਮੈਨੂੰ ਪਤਾ ਲੱਗਾ ਕਿ ਮੇਰੀ ਸੱਸ ਮੈਨੂੰ ਇੱਕ ਇੱਦਾਂ ਦੀ ਦਵਾਈ ਦਿੰਦੀ ਹੈ ਜਿਸ ਨਾਲ ਮੈਂ ਕਦੀ ਵੀ ਮਾਂ ਨਹੀਂ ਬਣ ਸਕਾਂਗੀ। ਫਿਰ ਮੈਂ ਵੀ ਕਿਸੇ ਕੋਲੋਂ ਇੱਕ ਦਵਾਈ ਮੰਗਵਾਈ ਜੋ ਤੇਰੀ ਮਾਂ ਨੂੰ ਦੇ ਦਿੱਤੀ, ਜਿਸ ਨੂੰ ਤੁਸੀਂ ਰੂਹਾਨੀ ਤੇਲ ਸਮਝਦੇ ਹੋ, ਬਲਕਿ ਉਹ ਇੱਕ ਤੇਲ ਨਹੀਂ ਹੈ, ਇੱਕ ਇੱਦਾਂ ਦੀ ਦਵਾਈ ਹੈ ਜਿਸ ਨਾਲ ਇਹ ਹੋਰ ਬਿਮਾਰ ਹੋ ਜਾਣਗੇ। ਇਹਨਾਂ ਦੀ ਜਿਹੜੀ ਕਮਰ ਦਰਦ ਰਹਿੰਦੀ ਹੈ ਉਹ ਕਦੀ ਵੀ ਠੀਕ ਨਹੀਂ ਹੋ ਸਕਦੀ ਤੇ ਨਾ ਹੀ ਇਹ ਦੁਬਾਰਾ ਆਪਣੇ ਪੈਰਾਂ 'ਤੇ ਖੜੀ ਹੋ ਸਕਦੀ ਹੈ। ਮੈਂ ਜਾਣ-ਬੁੱਝ ਕੇ ਤੇਰੀ ਮਾਂ ਨੂੰ ਪੌੜੀਆਂ ਤੋਂ ਹੇਠਾਂ ਸੁੱਟਿਆ ਸੀ ਤਾਂ ਕਿ ਇਹਨਾਂ ਨੂੰ ਵੀ ਪਤਾ ਲੱਗੇ ਕਿਸੇ 'ਤੇ ਕਿੱਦਾਂ ਜ਼ੁਲਮ ਕਰੀਦਾ। ਪਰ ਤੂੰ ਆਪਣੇ ਮਾਂ ਦੇ ਬੇਟੇ ਹੋ ਜਿਸ ਨੇ ਸੱਚਾਈ ਨਹੀਂ ਜਾਣੀ, ਉਲਟਾ ਮੈਨੂੰ ਹੀ ਕਸੂਰਵਾਰ ਸਮਝਿਆ ਤੇ ਇੱਕ ਮਿੰਟ ਨਹੀਂ ਲਾਇਆ ਮੈਨੂੰ ਤਲਾਕ ਦੇਣ 'ਚ। ਮੈਨੂੰ ਨਫ਼ਰਤ ਹੈ ਤੇਰੇ ਤੋਂ ਤੇ ਤੇਰੀ ਮਾਂ ਤੋਂ। ਇਹ ਸਭ ਕਹਿ ਕੇ ਮੇਰੀ ਦੂਸਰੀ ਪਤਨੀ ਮੈਨੂੰ ਛੱਡ ਕੇ ਚਲੀ ਗਈ। ਮੈਂ ਸੋਚਦਾ ਰਿਹਾ ਕਿ ਇਹ ਕਿੱਦਾਂ ਹੋ ਸਕਦਾ ਹੈ, ਮੇਰੀ ਮਾਂ ਮੇਰਾ ਘਰ ਕਿੱਦਾਂ ਬਰਬਾਦ ਕਰ ਸਕਦੀ ਹੈ। ਉਸ ਦਿਨ ਮੈਂ ਖੁਦ ਨੂੰ ਬਹੁਤ ਇਕੱਲਾ ਮਹਿਸੂਸ ਕੀਤਾ। ਮੇਰੇ ਕੰਨਾਂ ਵਿੱਚ ਮੇਰੀ ਪਹਿਲੀ ਪਤਨੀ ਦੀਆਂ ਸਿਸਕੀਆਂ ਗੂੰਜ ਰਹੀਆਂ ਸੀ। ਮੈਂ ਉਹਦੇ ਉੱਪਰ ਸ਼ੱਕ ਕੀਤਾ ਤੇ ਉਸ ਨੂੰ ਆਪਣੇ ਘਰੋਂ ਕੱਢ ਦਿੱਤਾ। ਮੈਂ ਸਮਝਦਾ ਰਿਹਾ ਕਿ ਉਹ ਘਰੋਂ ਭੱਜ ਗਈ ਹੈ। ਮੈਨੂੰ ਉਸ ਦਾ ਗੁਨਾਹ ਪਤਾ ਲੱਗ ਗਿਆ ਹੈ, ਪਰ ਉਸ ਦੀ ਸੱਚਾਈ ਤਾਂ ਕੁਝ ਹੋਰ ਹੀ ਸੀ। ਅੱਜ ਮੈਨੂੰ ਰਵਿੰਦਰ ਜਾਣੀ ਕਿ ਪਹਿਲੀ ਪਤਨੀ ਦਾ ਖਿਆਲ ਆ ਰਿਹਾ ਸੀ ਜੋ ਇੰਨੇ ਜ਼ੁਲਮ ਸਹਿੰਦੀ ਰਹੀ, ਫਿਰ ਵੀ ਜ਼ੁਬਾਨ 'ਤੇ ਸ਼ਿਕਵਾ ਨਾ ਲਿਆਈ ਤੇ ਨਾ ਹੀ ਕਦੀ ਮੇਰੀ ਮਾਂ ਨੂੰ ਕਦੀ ਕੋਈ ਨੁਕਸਾਨ ਪਹੁੰਚਾਇਆ। ਉਹ ਹਰ ਵਾਰ ਇਹੀ ਕਹਿੰਦੀ ਰਹੀ ਕਿ ਮੇਰੇ ਵਾਸਤੇ ਰਿਸ਼ਤੇ ਬਹੁਤ ਅਹਿਮ ਹਨ। ਉਸ ਨੂੰ ਤਾਂ ਮੇਰੇ ਮਾਂ-ਬਾਪ ਨੇ ਮੇਰੇ ਹਵਾਲੇ ਕੀਤਾ ਸੀ ਤੇ ਕਿਹਾ ਸੀ ਰਵਿੰਦਰ ਦਾ ਖਿਆਲ ਰੱਖਣਾ, ਇਹ ਉਹਨਾਂ ਦੇ ਦੋਸਤ ਦੀ ਨਿਸ਼ਾਨੀ ਹੈ ਤੇ ਮੈਂ ਆਪਣੇ ਬਾਪ ਨਾਲ ਕੀਤੇ ਵਾਅਦੇ ਨੂੰ ਨਿਭਾ ਨਹੀਂ ਸਕਿਆ ਸੀ। ਮੈਨੂੰ ਉਸ ਦਿਨ ਪਿਤਾ ਜੀ ਦੀ ਬਹੁਤ ਯਾਦ ਆ ਰਹੀ ਸੀ ਜਿਨ੍ਹਾਂ ਨੇ ਕਿਹਾ ਸੀ ਇੱਕ ਨੇਕ ਅਤੇ ਵਫਾਦਾਰ ਪਤਨੀ ਕਿਸਮਤ ਵਾਲਿਆਂ ਨੂੰ ਹੀ ਮਿਲਦੀ ਹੈ। ਮੈਂ ਉਸ ਰਾਤ ਜੀ ਭਰ ਕੇ ਰੋਇਆ ਸੀ। ਮੈਨੂੰ ਤਾਂ ਇਹ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਮੇਰੀ ਮਾਂ ਨੇ ਇਹ ਸਭ ਕਿਉਂ ਕੀਤਾ। ਫਿਰ ਉਦੋਂ ਹੀ ਮੈਨੂੰ ਅਣਜਾਣ ਨੰਬਰ ਤੋਂ ਆਉਣ ਵਾਲੇ ਮੈਸੇਜ ਦਾ ਖਿਆਲ ਆਇਆ ਕਿ ਉਹ ਕੌਣ ਹੈ ਜਿਸ ਨੂੰ ਮੇਰੇ ਬਾਰੇ ਸਭ ਪਤਾ ਹੈ ਤੇ ਮੈਂ ਉਸ ਨੂੰ ਇਗਨੋਰ ਕਰਦਾ ਰਿਹਾ ਹਾਂ। ਮੈਂ ਉਸ ਨੰਬਰ 'ਤੇ ਕਾਲ ਕਰਦਾ ਰਿਹਾ ਪਰ ਕਿਸੇ ਨੇ ਵੀ ਕਾਲ ਨਾ ਚੁੱਕੀ। ਕਈ ਦਿਨ ਇੱਦਾਂ ਹੀ ਗੁਜ਼ਰ ਗਏ ਤੇ ਜਦੋਂ ਆਪਣੀ ਮਾਂ ਦੇ ਕੋਲ ਜਾ ਕੇ ਬੈਠਦਾ ਤਾਂ ਉਹ ਵੀ ਇੱਦਾਂ ਹੀ ਅੱਖਾਂ ਵਿੱਚ ਅੱਥਰੂ ਲੈ ਕੇ ਮੈਨੂੰ ਦੇਖਦੀ ਤੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ, ਪਰ ਮੈਂ ਉਹਨਾਂ ਨਾਲ ਕੀ ਗੱਲ ਕਰਦਾ। ਪਰ ਮੈਂ ਆਪਣੀ ਮਾਂ ਦਾ ਖਿਆਲ ਰੱਖਦਾ ਰਿਹਾ ਤੇ ਫਿਰ ਇੱਕ ਦਿਨ ਮੇਰੀ ਮਾਂ ਨੇ ਆਖਰੀ ਵਾਰ ਇੱਕ ਗੱਲ ਕਹੀ ਸੀ। ਉਹਨਾਂ ਦੇ ਛੋਟੇ-ਛੋਟੇ ਲਫ਼ਜ਼ਾਂ ਦੀ ਸਮਝ ਮੈਨੂੰ ਬਹੁਤ ਹੀ ਮੁਸ਼ਕਲ ਨਾਲ ਆ ਰਹੀ ਸੀ। ਮਾਂ ਕਹਿ ਰਹੀ ਸੀ ਕਿ ਜੇਕਰ ਕਦੀ ਰਵਿੰਦਰ ਤੈਨੂੰ ਮਿਲ ਜਾਵੇ ਤਾਂ ਉਸ ਨੂੰ ਕਹਿਣਾ ਮੈਨੂੰ ਮਾਫ਼ ਕਰ ਦਿਓ। ਮੈਂ ਉਸ ਮਾਸੂਮ ਬੱਚੀ ਦੇ ਨਾਲ ਬਹੁਤ ਨਾਇਨਸਾਫੀਆਂ ਕੀਤੀਆਂ ਹਨ ਤੇ ਉਸ ਦੀ ਸਜ਼ਾ ਮੈਨੂੰ ਮਿਲੀ ਹੈ। ਮੈਂ ਬਹਿ ਗਈ ਸੀ ਕਿ ਲੋਕ ਕੀ ਕਹਿਣਗੇ ਕਿ ਇੱਕ ਗਰੀਬ ਦੀ ਬੇਟੀ ਨੂੰ ਨੂੰਹ ਬਣਾ ਲਿਆ ਹੈ ਤੇ ਦਾਜ ਵਿੱਚ ਵੀ ਕੁਝ ਨਹੀਂ ਲਿਆਈ। ਹੁਣ ਮੈਂ ਮਾफ़ੀ ਮੰਗਣਾ ਚਾਹੁੰਦੀ ਹਾਂ, ਪਰ ਰਵਿੰਦਰ ਮੇਰੇ ਕੋਲ ਨਹੀਂ ਹੈ। ਪਤਾ ਨਹੀਂ ਹੁਣ ਉਹ ਕਿੱਥੇ ਹੋਵੇਗੀ, ਜਿੰਦਾ ਵੀ ਹੋਵੇਗੀ ਜਾਂ ਨਹੀਂ। ਇਸ ਤੋਂ ਬਾਅਦ ਮੇਰੀ ਮਾਂ ਰੋਣ ਲੱਗ ਪਈ ਸੀ ਤੇ ਇੱਕ ਹਿਚਕੀ ਤੋਂ ਬਾਅਦ ਦੁਬਾਰਾ ਕਦੀ ਵੀ ਨਹੀਂ ਬੋਲ ਸਕੀ। ਮੇਰੇ ਕੋਲ ਮੇਰੀ ਮਾਂ ਦੇ ਇਲਾਵਾ ਹੋਰ ਕੁਝ ਨਹੀਂ ਸੀ, ਪਰ ਹੁਣ ਉਹ ਵੀ ਮੈਨੂੰ ਛੱਡ ਕੇ ਜਾ ਚੁੱਕੀ ਸੀ। ਮੈਂ ਆਪਣੀ ਮਾਂ ਦੇ ਨਾਲ ਬਹੁਤ ਗੱਲਾਂ ਕਰਨਾ ਚਾਹੁੰਦਾ ਸੀ ਕਿ ਮਾਂ, ਮੈਂ ਹੁਣ ਥੱਕ ਗਿਆ ਹਾਂ, ਜਿਸ ਨੂੰ ਹਾਲਾਤ ਦੀਆਂ ਠੋਕਰਾਂ ਨੇ ਤੋੜ ਕੇ ਰੱਖ ਦਿੱਤਾ ਹੈ। ਮੈਂ ਹਮੇਸ਼ਾ ਦੀ ਤਰ੍ਹਾਂ ਉਹਨਾਂ ਦੀ ਗੋਦ ਵਿੱਚ ਸਿਰ ਰੱਖ ਕੇ ਸੌਣਾ ਚਾਹੁੰਦਾ ਸੀ, ਪਰ ਮੇਰੀ ਮਾਂ ਹਮੇਸ਼ਾ ਦੇ ਲਈ ਮੇਰੇ ਕੋਲੋਂ ਦੂਰ ਚਲ ਗਈ ਸੀ। ਮੈਂ ਰੋ ਰਿਹਾ ਸੀ। ਮੇਰਾ ਦੋਸਤ ਮੈਨੂੰ ਚੁੱਪ ਕਰਵਾ ਰਿਹਾ ਸੀ। ਫਿਰ ਮੈਨੂੰ ਇਹ ਅਹਿਸਾਸ ਹੋਇਆ ਕਿ ਔਲਾਦ ਜਿੰਨੀ ਵੀ ਵੱਡੀ ਹੋ ਜਾਵੇ, ਉਸ ਨੂੰ ਆਪਣੇ ਮਾਂ-ਬਾਪ ਦੀ ਕਮੀ ਮਹਿਸੂਸ ਹੁੰਦੀ ਹੀ ਹੈ ਤੇ ਉਹਨਾਂ ਦੇ ਜਾਣ ਤੋਂ ਮਗਰੋਂ ਉਹਨਾਂ ਦੀ ਕਦਰ ਹੁੰਦੀ ਹੈ। ਅੱਜ ਮੈਂ ਆਪਣੀ ਮਾਂ ਦੇ ਲਈ ਤੜਪ ਰਿਹਾ ਸੀ। ਮੈਂ ਬਹੁਤ ਹੀ ਬਦਨਸੀਬ ਸੀ
ਜਿਸ ਨੂੰ ਕੋਈ ਵੀ ਰਿਸ਼ਤਾ ਰਾਸ ਨਾ ਆ ਸਕਿਆ। ਮੈਂ ਬਿਲਕੁਲ ਇਕੱਲਾ ਹੋ ਚੁੱਕਿਆ ਸੀ। ਮੈਨੂੰ ਕਿਸੇ ਸਹਾਰੇ ਦੀ ਜ਼ਰੂਰਤ ਸੀ ਤੇ ਉਦੋਂ ਮੈਨੂੰ ਆਪਣੀ ਪਹਿਲੀ ਵਫਾਦਾਰ ਪਤਨੀ ਰਵਿੰਦਰ ਦਾ ਖਿਆਲ ਆ ਰਿਹਾ ਸੀ। ਮੈਂ ਦਿਲ ਵਿੱਚ ਦੁਆ ਮੰਗ ਰਿਹਾ ਸੀ ਕਿ ਕਾਸ਼ ਉਹ ਇੱਕ ਵਾਰੀ ਮੈਨੂੰ ਮਿਲ ਜਾਵੇ ਤੇ ਮੈਂ ਉਸ ਤੋਂ ਮਾफ़ੀ ਮੰਗ ਸਕਾਂ। ਔਰਤ ਦਾ ਤਾਂ ਦਿਲ ਬਹੁਤ ਵੱਡਾ ਹੁੰਦਾ ਹੈ, ਉਹ ਮਾफ़ ਕਰ ਦਿੰਦੀ ਹੈ, ਪਰ ਉਹ ਮੈਨੂੰ ਕਿਤੇ ਵੀ ਨਾ ਮਿਲੀ। ਮੇਰੀ ਮਾਂ ਨੂੰ ਗੁਜ਼ਰੇ ਹੋਏ 4 ਮਹੀਨੇ ਹੋ ਗਏ ਸੀ ਤੇ ਇਸ ਦੌਰਾਨ ਮੈਂ ਜਿੰਨਾ ਆਪਣੀ ਪਤਨੀ ਨੂੰ ਲੱਭ ਸਕਦਾ ਸੀ ਲੱਭ ਰਿਹਾ ਸੀ, ਪਰ ਮੈਨੂੰ ਉਸ ਦੇ ਬਾਰੇ ਕਿਤੇ ਵੀ ਕੁਝ ਪਤਾ ਨਾ ਚੱਲਿਆ। ਫਿਰ ਕੁਝ ਸੋਚਦੇ ਹੋਏ ਜਿਸ ਹਕੀਮ ਤੋਂ ਮੇਰੀ ਦੂਸਰੀ ਪਤਨੀ ਮੇਰੀ ਮਾਂ ਦੀ ਕਮਰ ਦੀ ਮਾਲਿਸ਼ ਲਈ ਲਾਲ ਰੂਹਾਨੀ ਤੇਲ ਮੰਗਵਾਉਂਦੀ ਸੀ, ਮੈਂ ਉਸ ਦੀ ਦੁਕਾਨ 'ਤੇ ਗਿਆ ਤਾਂ ਪਤਾ ਲੱਗਾ ਕਿ ਉਹ ਬਿਮਾਰ ਹੈ ਤੇ ਘਰ ਹੈ। ਮੈਂ ਉਸ ਦੇ ਘਰ ਦਾ ਪਤਾ ਕਰਦਾ ਕਰਦਾ ਉਸ ਦੇ ਘਰ ਚਲ ਗਿਆ। ਦਰਵਾਜ਼ੇ 'ਤੇ ਦਸਤਕ ਦਿੱਤੀ ਤਾਂ ਇੱਕ ਬੱਚੀ ਨੇ ਦਰਵਾਜ਼ਾ ਖੋਲ੍ਹਿਆ। ਉਹ ਬਿਨਾਂ ਕੁਝ ਕਹੇ ਅੰਦਰ ਚਲੀ ਗਈ। ਫਿਰ ਉਹੀ ਹਕੀਮ ਜੀ ਬਾਹਰ ਆਏ। ਉਹ ਪਹਿਲਾਂ ਨਾਲੋਂ ਕਾਫੀ ਕਮਜ਼ੋਰ ਲੱਗ ਰਹੇ ਸੀ। ਮੈਨੂੰ ਕਹਿਣ ਲੱਗੇ, ਤੁਹਾਡਾ ਕੋਈ ਬਿਮਾਰ ਹੈ? ਮੈਂ ਉਹਨਾਂ ਨੂੰ ਕਿਹਾ, ਮੈਂ ਤੁਹਾਡੇ ਤੋਂ ਰੂਹਾਨੀ ਤੇਲ ਲੈ ਕੇ ਜਾਂਦਾ ਸੀ ਤੇ ਉਸੇ ਸਮੇਂ ਮੈਨੂੰ ਇੱਕ ਮੈਸੇਜ ਆਉਂਦਾ ਸੀ ਕਿ ਮੈਂ ਆਪਣੀ ਮਾਂ ਦਾ ਗੁਨੇਗਾਰ ਹਾਂ ਤੇ ਤੁਸੀਂ ਮੈਨੂੰ ਉਹ ਤੇਲ ਦਿੰਦੇ ਸੀ। ਉਸ ਤੇਲ ਵਿੱਚ ਇੱਦਾਂ ਦਾ ਕੀ ਸੀ ਤੇ ਤੁਹਾਡੇ ਤੋਂ ਇਲਾਵਾ ਹੋਰ ਕਿਸ ਨੂੰ ਇਹ ਪਤਾ ਸੀ ਕਿ ਉਹ ਤੇਲ ਜਾਨਲੇਵਾ ਹੈ? ਉਹ ਕੋਈ ਠੀਕ ਹੋਣ ਵਾਲਾ ਤੇਲ ਨਹੀਂ ਸੀ, ਬਲਕਿ ਉਹ ਤਾਂ ਕੁਝ ਹੋਰ ਹੀ ਸੀ ਜਿਸ ਦੇ ਇਸਤੇਮਾਲ ਨਾਲ ਮੇਰੀ ਮਾਂ ਹੋਰ ਵੀ ਕਮਜ਼ੋਰ ਹੁੰਦੀ ਗਈ। ਫਿਰ ਉਹ ਹਕੀਮ ਕੁਝ ਘਬਰਾ ਜਿਹਾ ਗਿਆ। ਮੈਂ ਉਸ ਨੂੰ ਕਿਹਾ, ਮੈਂ ਤੁਹਾਡੀ ਉਮਰ ਦਾ ਲਿਹਾਜ਼ ਕਰ ਰਿਹਾ ਹਾਂ, ਨਹੀਂ ਤਾਂ ਤੁਸੀਂ ਮੇਰੀ ਪਤਨੀ ਦੇ ਨਾਲ ਮਿਲ ਕੇ ਜੋ ਕੀਤਾ ਹੈ, ਮੈਂ ਤੁਹਾਡੇ ਉੱਪਰ ਪੁਲਿਸ ਕੇਸ ਵੀ ਕਰ ਸਕਦਾ ਹਾਂ। ਫਿਰ ਉਸ ਹਕੀਮ ਨੇ ਕਿਹਾ, ਮੈਂ ਇਹ ਸਭ ਪੈਸੇ ਦੀ ਖਾਤਰ ਕੀਤਾ। ਤੇਰੀ ਪਤਨੀ ਹੀ ਤੇਰੀ ਮਾਂ ਦੀ ਦੁਸ਼ਮਣ ਸੀ। ਮੇਰੀਆਂ 3 ਬੇਟੀਆਂ ਸੀ। ਉਸ ਦੀਆਂ ਬੇਟੀਆਂ ਦੇ ਜੂੜੇ ਹੱਥ ਦੇਖ ਕੇ ਮੈਂ ਵਾਪਸ ਆ ਗਿਆ ਸੀ। ਵਕਤ ਇੱਦਾਂ ਹੀ ਗੁਜ਼ਰਦਾ ਗਿਆ। ਮੈਂ ਆਪਣਾ ਖਾਨਦਾਨੀ ਘਰ ਹਮੇਸ਼ਾ ਦੇ ਲਈ ਛੱਡ ਦਿੱਤਾ। ਉਸ ਘਰ ਵਿੱਚ ਮੈਨੂੰ ਅਜੀਬ ਜਿਹਾ ਖੌਫ ਮਹਿਸੂਸ ਹੁੰਦਾ ਸੀ। ਮੈਨੂੰ ਅੱਜ ਵੀ ਯਾਦ ਹੈ ਜਦੋਂ ਮੇਰੀ ਪਤਨੀ ਮੇਰੇ ਕੋਲੋਂ ਮਾਫੀਆਂ ਮੰਗ ਰਹੀ ਸੀ, ਮੇਰੀ ਬਿਮਾਰ ਮਾਂ ਦੇ ਪੈਰ ਫੜ ਰਹੀ ਸੀ, ਉਸ ਘਰ ਵਿੱਚ ਰਹਿਣ ਦੀ ਭੀਖ ਮੰਗ ਰਹੀ ਸੀ, ਪਰ ਮੈਂ ਉਸ ਦੀ ਇੱਕ ਨਾ ਸੁਣੀ। ਤੇ ਫਿਰ ਮੈਨੂੰ ਆਪਣੀ ਦੂਸਰੀ ਪਤਨੀ ਦਾ ਖਿਆਲ ਆਇਆ ਜੋ ਮੇਰੇ ਕੋਲੋਂ ਤੇਲ ਮੰਗਵਾ ਕੇ ਮੇਰੀ ਮਾਂ ਦੇ ਕਮਰੇ ਵਿੱਚ ਜਾਂਦੀ ਸੀ ਤੇ ਮੈਨੂੰ ਕਹਿੰਦੀ ਸੀ ਕਿ ਬਿਨਾਂ ਦਸਤਕ ਕੀਤੇ ਕਮਰੇ ਵਿੱਚ ਨਾ ਆਉਣਾ। ਤੇ ਜਦੋਂ ਅਚਾਨਕ ਜਾ ਕੇ ਦੇਖਿਆ ਤਾਂ ਉਹੀ ਤੇਲ ਮੇਰੀ ਮਾਂ ਨੂੰ ਜ਼ਬਰਦਸਤੀ ਪਿਲਾ ਰਹੀ ਸੀ ਤੇ ਉਹਨਾਂ ਨੂੰ ਬਾਲਾਂ ਤੋਂ ਫੜ ਕੇ ਥੱਪੜ ਮਾਰ ਰਹੀ ਸੀ। ਮੇਰੀ ਮਾਂ ਰੋ ਰਹੀ ਸੀ, ਪਰ ਉਹ ਔਰਤ ਤਰਸ ਨਹੀਂ ਖਾ ਰਹੀ ਸੀ। ਇਸੇ ਵਜ੍ਹਾ ਕਰਕੇ ਮੈਂ ਉਸ ਨੂੰ ਤਲਾਕ ਦੇ ਦਿੱਤਾ ਸੀ ਤੇ ਧੱਕੇ ਦੇ ਕੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਤੇ ਉਹ ਵੀ ਆਪਣੇ ਅੰਜਾਮ 'ਤੇ ਪਹੁੰਚ ਚੁੱਕੀ ਸੀ। ਮੇਰੀ ਜ਼ਿੰਦਗੀ ਵਿੱਚ 3 ਔਰਤਾਂ ਸੀ, ਇੱਕ ਮੇਰੀ ਮਾਂ ਤੇ 2 ਮੇਰੀਆਂ ਪਤਨੀਆਂ। ਸਭ ਅਲੱਗ-ਅਲੱਗ ਸੀ। ਪਹਿਲੀ ਪਤਨੀ ਨੂੰ ਵੇਖਦਾ ਤਾਂ ਹਰ ਔਰਤ ਨੂੰ ਬੇਗੁਨਾਹ ਤੇ ਮਾਸੂਮ ਪਾਉਂਦਾ ਤੇ ਜਦੋਂ ਦੂਸਰੀ ਪਤਨੀ ਨੂੰ ਵੇਖਦਾ ਤਾਂ ਮੈਨੂੰ ਲੱਗਦਾ ਉਸ ਔਰਤ ਤੋਂ ਵੱਧ ਕੇ ਕੋਈ ਮਕਾਰ ਔਰਤ ਹੋ ਹੀ ਨਹੀਂ ਸਕਦੀ। ਬਸ ਇਸ ਗੱਲ ਦਾ ਦੁੱਖ ਸੀ ਕਿ ਮਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਸੀ ਤੇ ਮੇਰਾ ਬੱਚਾ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਚਲ ਗਿਆ ਸੀ। ਮੈਂ ਕਿੰਨਾ ਬਦਨਸੀਬ ਸੀ ਜੋ ਨਾ ਚੰਗਾ ਬੇਟਾ ਬਣ ਸਕਿਆ ਤੇ ਨਾ ਚੰਗਾ ਪਤੀ ਤੇ ਨਾ ਹੀ ਚੰਗਾ ਬਾਪ। ਜੇ ਆਪਣੇ ਬੱਚੇ ਦੀ ਹਿਫਾਜ਼ਤ ਨਾ ਕਰ ਸਕਿਆ ਸੀ। ਮੇਰੀ ਅਜੀਬ ਜਿਹੀ ਹਾਲਤ ਹੋ ਗਈ ਸੀ। ਫਿਰ ਪਤਾ ਨਹੀਂ ਮੇਰੇ ਦਿਲ ਨੂੰ ਕੀ ਹੋਇਆ ਕਿ ਮੈਂ ਉਸ ਪਰਮਾਤਮਾ ਦੀ ਬੰਦਗੀ ਵੱਲ ਹੋ ਗਿਆ ਤੇ ਮੈਨੂੰ ਸਕੂਨ ਮਿਲਣ ਲੱਗ ਪਿਆ। ਮੈਂ ਉਸ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਤੇ ਕਿੰਨੀ ਦੇਰ ਤੱਕ ਹੱਥ ਫੈਲਾ ਕੇ ਰੱਖਦਾ। ਮੈਂ ਉਸ ਪਰਮਾਤਮਾ ਤੋਂ ਕੀ ਮੰਗਦਾ? ਮੈਨੂੰ ਕੁਝ ਵੀ ਨਹੀਂ ਚਾਹੀਦਾ ਸੀ। ਇੱਕ ਬੋਝ ਸੀ, ਇੱਕ ਥਕਾਵਟ ਸੀ ਜੋ ਮੈਨੂੰ ਅੰਦਰ ਤੱਕ ਜ਼ਖਮੀ ਕਰ ਰਹੀ ਸੀ। ਮੈਂ ਜ਼ਿੰਦਗੀ ਨੂੰ ਘੜੀਸ ਰਿਹਾ ਸੀ ਤੇ ਜ਼ਿੰਦਗੀ ਮੈਨੂੰ ਘੜੀਸ ਰਹੀ ਸੀ। ਇੱਦਾਂ ਲੱਗਦਾ ਸੀ ਕਿ ਜਿੱਦਾਂ ਮੇਰੀ ਜ਼ਿੰਦਗੀ ਵਿੱਚ ਮੇਰੇ ਤੋਂ ਦੁਖੀ ਹੈ, ਮੈਨੂੰ ਬੋਝ ਸਮਝ ਰਹੀ ਹੈ। ਮੈਂ ਬਹੁਤ ਥੱਕ ਗਿਆ ਸੀ ਤੇ ਫਿਰ ਪੂਰੇ 4 ਸਾਲ ਬਾਅਦ ਮੇਰੀ ਦੁਆ ਕਬੂਲ ਹੋ ਗਈ ਸੀ। ਜਦੋਂ ਇੱਕ ਦਿਨ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ ਤਾਂ ਮੇਰਾ ਇੱਕ ਦੋਸਤ ਮੈਨੂੰ ਹੌਸਪੀਟਲ ਲੈ ਗਿਆ ਤੇ ਉੱਥੇ ਮੈਨੂੰ ਰਵਿੰਦਰ ਮਿਲੀ। ਉਹ ਉਸ ਹੌਸਪੀਟਲ ਵਿੱਚ ਨਰਸ ਦੇ ਤੌਰ 'ਤੇ ਕੰਮ ਕਰ ਰਹੀ ਸੀ ਤੇ ਮੈਂ ਉਸ ਨੂੰ ਵੇਖਦਾ ਜਾ ਰਿਹਾ ਸੀ। ਜਿਸ ਲੜਕੀ ਨੂੰ ਵੇਖ ਕੇ ਲੱਗਦਾ ਸੀ ਕਿ ਉਹ ਕਦੀ ਵੀ ਕਿਸੇ ਸਾਹਮਣੇ ਖੜੀ ਹੋ ਕੇ ਗੱਲ ਨਹੀਂ ਕਰ ਸਕਦੀ, ਉਹ ਅੱਜ ਮੇਰੇ ਸਾਹਮਣੇ ਖੜੀ ਸੀ
ਤੇ ਉਸ ਦੇ ਚਿਹਰੇ 'ਤੇ ਮੈਨੂੰ ਦੇਖ ਕੇ ਕੋਈ ਖੁਸ਼ੀ ਦੀ ਲਹਿਰ ਨਹੀਂ ਸੀ। ਉਸ ਨੂੰ ਖੁਸ਼ੀ ਹੁੰਦੀ ਵੀ ਕਿਉਂ? ਮੈਂ ਉਸ ਨੂੰ ਉਸ ਦੀ ਜ਼ਿੰਦਗੀ ਦਿੱਤੀ ਵੀ ਕਦੇ ਹਮੇਸ਼ਾ ਜੁੱਤੀ ਦੀ ਨੋਕ 'ਤੇ ਰੱਖਿਆ ਸੀ। ਮੇਰੇ ਕੋਲੋਂ ਤਾਂ ਉਸ ਦਾ ਵਜੂਦ ਵੀ ਬਰਦਾਸ਼ਤ ਨਹੀਂ ਹੁੰਦਾ ਸੀ। ਮੈਨੂੰ ਲੱਗਦਾ ਸੀ ਕਿੱਥੇ ਉਹ ਪਿੰਡ ਦੀ ਗਵਾਰ ਕੁੜੀ ਤੇ ਮੈਂ ਸ਼ਹਿਰ ਦਾ ਪੜ੍ਹਿਆ ਲਿਖਿਆ ਮੁੰਡਾ ਜਿਸ ਦੇ ਲਈ ਲੜਕੀਆਂ ਦੀ ਲਾਈਨ ਲੱਗੀ ਰਹਿੰਦੀ ਹੈ। ਮੈਨੂੰ ਸ਼ਹਿਰ ਦੀਆਂ ਲੜਕੀਆਂ ਪਸੰਦ ਅਤੇ ਜਦੋਂ ਮੇਰਾ ਵਿਆਹ ਰਵਿੰਦਰ ਦੇ ਨਾਲ ਹੋਇਆ ਸੀ ਉਹ ਡਰੀ ਸਹਿਮੀ ਜਿਹੀ ਰਹਿੰਦੀ ਸੀ ਤੇ ਹਰ ਕੰਮ ਖਰਾਬ ਕਰ ਦਿੰਦੀ ਸੀ। ਮੈਨੂੰ ਲੱਗਦਾ ਸੀ ਇਹ ਮੋਟੇ ਦਿਮਾਗ ਦੀ ਆ ਤੇ ਕਿਸੇ ਕੰਮ ਦਾ ਇਸ ਨੂੰ ਪਤਾ ਨਹੀਂ ਆ। ਪਰ ਮੈਂ ਇਹ ਸਮਝ ਹੀ ਨਾ ਸਕਿਆ ਕਿ ਜਦੋਂ ਇੱਕ ਲੜਕੀ ਆਪਣਾ ਘਰ ਛੱਡ ਕੇ ਹੈ ਤਾਂ ਉਸ ਨੂੰ ਇੱਕ ਦੋਸਤ ਦੀ ਜ਼ਰੂਰਤ ਹੁੰਦੀ ਹੈ ਜੋ ਉਸ ਨੂੰ ਦੱਸ ਸਕੇ ਕੀ ਕਰਨਾ ਹੈ ਤੇ ਉਸ ਨੂੰ ਸਮਝ ਸਕੇ। ਪਰ ਮੈਂ ਤਾਂ ਜ਼ਾਲਿਮ ਪਤੀ ਬਣ ਗਿਆ ਸੀ। ਮੈਂ ਕਦੀ ਵੀ ਉਸ ਨੂੰ ਸਮਝਣ ਦੀ ਕੋਸ਼ਿਸ਼ ਹੀ ਨਾ ਕੀਤੀ ਅਤੇ ਅੱਜ ਇੰਨੇ ਸਾਲਾਂ ਬਾਅਦ ਉਹ ਪੂਰੇ ਵਿਸ਼ਵਾਸ ਨਾਲ ਮੇਰੇ ਸਾਹਮਣੇ ਖੜੀ ਸੀ ਤੇ ਮੈਨੂੰ ਡ੍ਰਿਪ ਲਗਾ ਰਹੀ ਸੀ। ਮੈਂ ਉਸ ਦੇ ਨਾਲ ਗੱਲ ਕਰਨਾ ਚਾਹੁੰਦਾ ਸੀ ਪਰ ਮੈਂ ਸ਼ਰਮਿੰਦਾ ਸੀ ਤੇ ਉਸ ਦੇ ਸਾਹਮਣੇ ਨਜ਼ਰਾਂ ਝੁਕਾਈ ਬੈਠਾ ਸੀ। ਰਾਤ ਦਾ ਪਤਾ ਨਹੀਂ ਕਿਹੜਾ ਪੈਰ ਸੀ ਜਦੋਂ ਮੇਰੀ ਅੱਖ ਖੁੱਲ੍ਹੀ ਸੀ। ਮੇਰਾ ਦੋਸਤ ਹਜੇ ਵੀ ਮੇਰੇ ਸਿਰਹਾਣੇ ਖੜਾ ਸੀ। ਉਹ ਮੇਰਾ ਉਹੀ ਦੋਸਤ ਸੀ ਜਿਸ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਸੀ ਤੇ ਉਸ ਨੇ ਮੈਨੂੰ ਇਹ ਦੱਸਿਆ ਸੀ ਕਿ ਜਿਸ ਨੰਬਰ ਤੋਂ ਤੈਨੂੰ ਮੈਸੇਜ ਆਉਂਦੇ ਸੀ ਉਹ ਤੇਰੀ ਪਹਿਲੀ ਪਤਨੀ ਰਵਿੰਦਰ ਦਾ ਸੀ ਤੇ ਉਹ ਸਿਮ ਰਵਿੰਦਰ ਦੇ ਸਵਰਗਵਾਸੀ ਪਿਤਾ ਜੀ ਦੇ ਨਾਮ 'ਤੇ ਸੀ ਤੇ ਰਵਿੰਦਰ ਪਹਿਲਾਂ ਵੀ ਹਸਪੀਟਲ ਵਿੱਚ ਹੀ ਕੰਮ ਕਰਦੀ ਸੀ ਤੇ ਜਿਸ ਡਾਕਟਰ ਦੇ ਕੋਲ ਤੇਰੀ ਦੂਸਰੀ ਪਤਨੀ ਤੇਰੀ ਮਾਂ ਦੇ ਚੈੱਕਅਪ ਦੇ ਲਈ ਲੈ ਕੇ ਜਾਂਦੀ ਸੀ ਰਵਿੰਦਰ ਵੀ ਉਸੇ ਹਸਪੀਟਲ ਵਿੱਚ ਹੁੰਦੀ ਸੀ। ਤੇ ਇੱਕ ਦਿਨ ਉਸ ਨੂੰ ਇਹ ਪਤਾ ਲੱਗਾ ਕਿ ਡਾਕਟਰ ਵੀ ਤੇਰੀ ਦੂਸਰੀ ਪਤਨੀ ਦੇ ਨਾਲ ਮਿਲਿਆ ਹੋਇਆ ਹੈ ਤੇ ਜਦੋਂ ਰਵਿੰਦਰ ਨੂੰ ਸਭ ਕੁਝ ਪਤਾ ਲੱਗਾ ਤਾਂ ਉਹ ਹਰ ਰੋਜ਼ ਤੈਨੂੰ ਮੈਸੇਜ ਕਰਦੀ ਤਾਂ ਕਿ ਤੇਰੀ ਅਕਲ 'ਤੇ ਜੋ ਪੱਟੀ ਬੰਨੀ ਹੈ ਉਤਰ ਜਾਵੇ। ਤੇ ਤੈਨੂੰ ਪਤਾ ਮੈਂ ਇਹ ਸਭ ਕਿੱਦਾਂ ਜਾਣਦਾ ਹਾਂ? ਮੈਂ ਆਪਣੇ ਦੋਸਤ ਨੂੰ ਦੇਖ ਰਿਹਾ ਸੀ ਜੋ ਮੁਸਕਰਾ ਰਿਹਾ ਸੀ। ਮੈਂ ਕਿਹਾ ਜਲਦੀ ਦੱਸ। ਤਾਂ ਉਸਨੇ ਕਿਹਾ ਜਿਸ ਦਿਨ ਪਹਿਲੀ ਵਾਰ ਤੂੰ ਮੈਨੂੰ ਉਸ ਨੰਬਰ ਦੇ ਬਾਰੇ ਦੱਸਿਆ ਸੀ ਮੈਂ ਉਸੇ ਦਿਨ ਜਾਣ ਗਿਆ ਸੀ ਕਿ ਉਹ ਤੇਰੀ ਪਹਿਲੀ ਪਤਨੀ ਹੈ। ਪਰ ਜਾਣਦਾ ਹੈ ਕਿ ਮੈਂ ਤੈਨੂੰ ਕਿਉਂ ਨਹੀਂ ਦੱਸਿਆ? ਕਿਉਂਕਿ ਉਦੋਂ ਤੈਨੂੰ ਆਪਣੇ ਕੀਤੇ 'ਤੇ ਸ਼ਰਮਿੰਦਗੀ ਸੀ ਤੇ ਤੈਨੂੰ ਚੈਨ ਨਹੀਂ ਆਉਂਦਾ ਸੀ। ਪਰ ਇੰਨੇ ਸਾਲਾਂ ਬਾਅਦ ਉਹ ਤੇਰੇ ਸਾਹਮਣੇ ਆਈ ਕਿਉਂਕਿ ਹੁਣ ਤੂੰ ਉਸ ਨੂੰ ਮੁਹੱਬਤ ਕਰਨ ਲੱਗ ਪਿਆ ਹੈ। ਮੈਂ ਆਪਣੇ ਦੋਸਤ ਦੀ ਗੱਲ ਸੁਣ ਕੇ ਹੈਰਾਨ ਸੀ ਜੋ ਮੈਨੂੰ ਇੰਨਾ ਸਮਝਦਾ ਸੀ। ਇਹ ਸੱਚ ਹੈ ਕਿ ਮੈਂ ਜਦੋਂ ਵੀ ਰਵਿੰਦਰ ਦੇ ਬਾਰੇ ਸੋਚਦਾ ਬਸ ਇਹੀ ਸੋਚਦਾ ਕਿ ਮੈਂ ਉਸ ਤੋਂ ਮਾफ़ੀ ਮੰਗ ਸਕਦਾ। ਪਰ ਜਦੋਂ ਤੋਂ ਮੈਂ ਇਹ ਸੋਚ ਰਿਹਾ ਸੀ ਕਿ ਹੇ ਪਰਮਾਤਮਾ ਮੈਨੂੰ ਇੱਕ ਵਾਰੀ ਆਪਣੀ ਪਤਨੀ ਦੇ ਨਾਲ ਮਿਲਾ ਦੇ, ਮੈਂ ਕਦੀ ਵੀ ਉਸ ਨੂੰ ਕੋਈ ਦੁੱਖ ਨਹੀਂ ਦੇਵਾਂਗਾ। ਉਦੋਂ ਤੋਂ ਕੁਝ ਨਾ ਕੁਝ ਇੱਦਾਂ ਦਾ ਹੋ ਰਿਹਾ ਸੀ ਕਿ ਉਸ ਤੱਕ ਪਹੁੰਚ ਹੀ ਗਿਆ। ਮੈਨੂੰ ਆਪਣੇ ਰੱਬ 'ਤੇ ਬਹੁਤ ਪਿਆਰ ਆ ਰਿਹਾ ਸੀ ਜਿਸ ਨੇ ਇਹ ਸਭ ਕੁਝ ਕੀਤਾ। ਮੈਨੂੰ ਕੀ ਪਤਾ ਸੀ ਕਿ ਮੇਰਾ ਪਰਮਾਤਮਾ ਮੇਰੇ ਵਾਸਤੇ ਰਾਹ ਬਣਾ ਰਿਹਾ ਹੈ। ਜਦੋਂ ਅਸੀਂ ਆਪਣੇ ਪਰਮਾਤਮਾ 'ਤੇ ਪੂਰੀ ਤਰ੍ਹਾਂ ਨਾਲ ਯਕੀਨ ਕਰਦੇ ਹਾਂ ਤਾਂ ਉਹ ਸਾਨੂੰ ਉਹ ਵੀ ਦੇ ਦਿੰਦਾ ਹੈ ਜੋ ਕਿਸਮਤ ਦੀਆਂ ਲਕੀਰਾਂ ਵਿੱਚ ਲਿਖਿਆ ਵੀ ਨਹੀਂ ਹੁੰਦਾ, ਫਿਰ ਭਾਵੇਂ ਉਹ ਕੋਈ ਇਨਸਾਨ ਹੀ ਕਿਉਂ ਨਾ ਹੋਵੇ। ਮੈਂ ਤਾਂ ਦਿਨ ਰਾਤ ਰਵਿੰਦਰ ਦੇ ਵਾਸਤੇ ਅਰਦਾਸਾਂ ਕੀਤੀਆਂ ਸੀ। ਜਦੋਂ ਮੈਂ ਆਪਣੀ ਪਤਨੀ ਤੋਂ ਮਾफ़ੀ ਮੰਗੀ ਤੇ ਉਸ ਨੂੰ ਆਪਣੇ ਨਾਲ ਘਰ ਲੈ ਆਇਆ ਤਾਂ ਉਸਨੇ ਵੀ ਮੈਨੂੰ ਮਾफ़ ਕਰ ਦਿੱਤਾ। ਮੈਂ ਫਿਰ ਤੋਂ ਉਸ ਪਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਕੀਤਾ ਜਿਸ ਨੇ ਮੇਰੇ ਤੇ ਇੰਨਾ ਰਹਿਮ ਕੀਤਾ ਤੇ ਮੈਨੂੰ ਦੁਬਾਰਾ ਨਾ ਟੁੱਟਣ ਦਿੱਤਾ। ਮੈਂ ਆਪਣੀ ਪਤਨੀ ਦਾ ਸ਼ੁਕਰਗੁਜ਼ਾਰ ਸੀ ਜਿਸ ਨੇ ਮੈਨੂੰ ਤੇ ਮੇਰੀ ਮਾਂ ਨੂੰ ਮਾफ़ ਕਰ ਦਿੱਤਾ ਸੀ। ਵਕਤ ਇੱਦਾਂ ਹੀ ਬੀਤਦਾ ਗਿਆ। ਅੱਜ ਮੇਰੇ 2 ਬੱਚੇ ਨੇ। ਮੈਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਬਹੁਤ ਖੁਸ਼ ਹਾਂ। ਮੈਂ ਆਪਣੇ ਬੱਚਿਆਂ ਦੀ ਇੱਦਾਂ ਦੀ ਪਰਵਰਿਸ਼ ਕੀਤੀ ਕਿ ਉਹ ਕਦੀ ਵੀ ਦੂਸਰਿਆਂ ਦੇ ਨਾਲ ਬੁਰਾ ਕਰਨ ਵਾਲੇ ਨਾ ਬਣਨ ਅਤੇ ਮੈਂ ਬਹੁਤ ਖੁਸ਼ ਨਸੀਬ ਹਾਂ ਜਿਸ ਨੂੰ ਇੱਕ ਇੱਦਾਂ ਦੀ ਪਤਨੀ ਮਿਲੀ ਜੋ ਆਪਣੇ ਰੱਬ ਦੇ ਬਹੁਤ ਕਰੀਬ ਸੀ। ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਵੱਡਾ ਸਬਕ ਸਿੱਖਿਆ ਹੈ ਕਿ ਕਦੀ ਵੀ ਉਸ ਪਰਮਾਤਮਾ ਦੇ ਨਾ ਸ਼ੁਕਰੇ ਨਾ ਹੋਵੋ। ਹਮੇਸ਼ਾ ਸਬਰ ਵਿੱਚ ਹੀ ਯਕੀਨ ਰੱਖੋ। ਜਿਸ ਨੇ ਸਬਰ ਕਰ ਲਿਆ ਉਸ ਨੂੰ ਸਭ ਕੁਝ ਮਿਲ ਗਿਆ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ।